सतनाम वाहेगुरु सतनाम वाहेगुरु सतनाम वाहेगुरु सतनाम वाहेगुरु 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 ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਬੇਅੰਤ ਧੰਨਵਾਦ ਕੀਤਾ ਜਾਂਦਾ ਹੈ। ਆਪ ਜੀ ਆਪਣੇ ਸੇਵਕ ਪਰਿਵਾਰ ਬੀਬੀ ਜੋਤੀ ਸੋਨੀ ਤੇ ਸਮੂਹ ਪਰਿਵਾਰ ਦੀ ਬੇਨਤੀ ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹੋ। ਪਰਿਵਾਰ ਵੱਲੋਂ ਆਪ ਜੀ ਦਾ ਬੇਅੰਤ ਧੰਨਵਾਦ ਕੀਤਾ ਜਾਂਦਾ ਹੈ। ਪਾਤਸ਼ਾਹ ਜੀਓ, ਰਾਹ ਵਿੱਚ ਆਪ ਜੀ ਦੀ ਸੇਵਾ ਵਿੱਚ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨੀ। ਇਸ ਵੇਲੇ ਆਪ ਜੀ ਕਰੋ ਕਿਰਪਾ, ਆਪਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਅਤੇ ਹੁਕਮ ਬਖਸ਼ ਕੇ ਕਿਰਤਾਰਥ ਕਰੋ ਜੀ। ਤੇ ਅਗਲੇ ਪ੍ਰੋਗਰਾਮ ਦੇ ਅੰਦਰ ਆਪ ਜੀ ਨੇ ਅੰਗ ਸੰਗ ਸਹਾਈ ਹੋਣਾ, ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਨਾਮ ਧਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹ ਜੜੈ ਅਭਿਮਾਨ। ਗੁਰਮੁਖ ਹਰ ਰਸ ਚਾਖੈ ਕੋਏ, ਤਿਸ ਸਦਾ ਆਨੰਦ ਹੋਵੈ ਦਿਨ ਰਾਤੀ। ਪੂਰੇ ਭਾਗ ਪ੍ਰਾਪਤ ਹੋਏ, ਰਹਾਉ ਸ਼ਬਦ ਦੀਪਕ ਵਰਤੈ ਤਹਿ ਲੋਏ। ਜੋ ਚਾਖੈ ਸੋ ਨਿਰਮਲ ਹੋਏ, ਨਿਰਮਲ ਨਾਮ ਹਉਮੈ ਮਲ ਧੋਏ। ਸਾਚੀ ਭਗਤ ਸਦਾ ਸੁਖ ਹੋਏ, ਜਿਨ ਹਰ ਰਸ ਚਾਖਿਆ ਸੇ ਹਰ ਜਨ ਲੋਗ। ਤਿਸ ਸਦਾ ਹਰਖ ਨਾਹੀ ਕਦੇ ਸ਼ੋਗ। ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ। ਹਰ ਨਾਮ ਜਪੈ ਹਰ ਤੇ ਸੁਖ ਪਾਵੈ, ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ। ਨਾਨਕ ਨਾਮ ਸ਼ਾਂਤ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Hare
ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਪਾਵੈ ਨਾਨਕਾ ਸਾਰੀ ਗੱਲ ਚੰਗੀ। ਆਨੰਦੀ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਰਾਣਾ ਰਾਉ ਨਾ ਕੋ ਰਹਿ, ਰਾਣਾ ਰਾਉ ਨਾ ਕੋ ਰਹਿ। ਸੱਚ ਕਰ ਜਾਣਾ। ਤੈ ਜੀਵਨ ਜਗ ਸੱਚ ਕਰ ਜਾਣਾ। God.
किछ चिर न रहाई, मैं क्या मांगू, किछ चिर न रहाई, हरि दीजै नाम प्यारी जियो, हरि दीजै नाम प्यारी जियो। मैं क्या मांगू, किछ चिर न रहाई, मैं क्या
ਤਾਰੇ ਗੋਬਿੰਦ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਹੈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਹੈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਹੈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਰਾਖਿਨ ਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਤਾਰ ਕਤ ਪਾਇਆ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਹੈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਤੁਮਰੀ ਕਿਰਪਾ ਤੇ ਨਾਨਕ ਦੇ ਪਾਈ ਹੈ ਜਿਉ ਦਰਸ ਹਰ ਰਾਇਆ ਜਿਉ ਦਰਸ ਹਰ ਰਾਇਆ ਜਿਸਨੂੰ ਤੁਮਨੇ ਦਿਖਾਇਓ ਦਰਸ਼ਨ ਸਾਧ ਸੰਗਤ ਤੇ ਪਾਛੈ ਕਰ ਕਿਰਪਾ ਤੂਰ ਰਹੋ ਸੰਤਨ ਕੀ ਸੁਖ ਨਾਨਕ ਇਹ ਬਾਛੈ ਕਰ ਕਿਰਪਾ ਤੂਰੇ ਦੇਹੋ ਸੰਤ
ਹਰਿ ਰਾਇਆ ਦੇਵੋ ਦਰਸ ਹਰਿ ਰਾਇਆ ਅਨਿਤ ਜਨਮ ਬਹੁਗੁਣੀ ਪਰਮੇਆ ਬਹੁਰ ਬਹੁਰ ਦੁਖ ਪਾਇਆ ਆਪੇ ਹੀ ਕਾਜ ਸਵਾਰੀਐ ਤੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਊਚ ਭਗਵਾਨ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਵਡਭਾਗੀ ਸਤਸੰਗੀ ਜਨੋ ਚੱਲ ਰਹੇ ਦੀਵਾਨ ਦੇ ਦੌਰਾਨ ਆਪ ਜੀ ਮੇਰੇ ਅਤੀ ਸਤਿਕਾਰਯੋਗ ਵੀਰ ਜੀ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਇਸ ਜਥੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦੇ ਰਸ ਪਿੰਡੇ ਕੀਰਤਨ ਪ੍ਰੇਮ ਨਾਲ ਸ਼ਰਵਣ ਕੀਤੇ ਹਨ। ਭਾਈ ਸਾਹਿਬ ਜੀ ਨੇ ਬਹੁਤ ਹੀ ਰੀਝ ਨਾਲ ਸਾਨੂੰ ਕੀਰਤਨ ਸ਼ਰਵਣ ਕਰਾਇਆ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਦੀਵਾਨ ਦੌਰਾਨ ਸਾਡੇ ਸਤਿਕਾਰਯੋਗ ਬੀਬੀ ਜੋਤੀ ਸੋਨੀ ਜੀ, ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਰਮਿੰਦਰ ਕੌਰ ਜੀ, ਜੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ, ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਨੂੰ ਸਦੀ ਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਯਾਦ ਵਿੱਚ, ਉਹਨਾਂ ਦੀ ਅੰਤਮ ਅਰਦਾਸ ਵਿੱਚ, ਉਹਨਾਂ ਦੇ ਆਤਮਿਕ ਕਲਿਆਣ ਲਈ ਆਪਾਂ ਅਰਦਾਸ ਵਿੱਚ ਜੁੜ ਰਹੇ ਹਾਂ। ਆਓ ਇਸ ਮੁਤਲਕ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਸਾਰੇ ਕਰੋ ਕਿਰਪਾ, ਕੁਝ ਮਿੰਟਾਂ ਲਈ ਆਪਾਂ ਕਥਾ ਵਿਚਾਰਾਂ ਨਾਲ ਜੁੜਨਾ ਹੈ ਤੇ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਸਾਰੇ ਕਰੋ ਕਿਰਪਾ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਇਸ ਜੀਵ ਨੂੰ ਬਹੁਪੱਖੀ ਗਿਆਨ ਤੇ ਅਗਵਾਈ ਬਖਸ਼ਿਸ਼ ਕਰਦੀ ਹੈ। ਭਾਵੇਂ ਦੁੱਖ ਦਾ ਸਮਾਂ ਹੋਵੇ, ਖੁਸ਼ੀ ਦਾ ਸਮਾਂ ਹੋਵੇ ਜਾਂ ਦੁਨਿਆਵੀ ਕੋਈ ਖੇਤਰ, ਰਾਜਨੀਤਿਕ, ਆਰਥਿਕ ਹੋਵੇ, ਗੁਰਬਾਣੀ ਅਗਵਾਈ ਪ੍ਰਦਾਨ ਕਰਦੀ ਹੈ। ਗੁਰਮਤਿ ਦੇ ਅੰਦਰ ਜਿਹੜੇ ਮੁੱਢਲੇ ਸਿਧਾਂਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਜੀਵ ਦੀ ਝੋਲੀ ਦੇ ਅੰਦਰ ਪਾਇਆ, ਉਹਦੇ ਅੰਦਰ ਇੱਕ ਲਫ਼ਜ਼ ਆਉਂਦਾ ਹੈ ਭਾਣਾ, ਰਜ਼ਾ। ਜੇ ਇਸ ਮਹਾਨ ਸ਼ਬਦ ਦੀ ਵਿਆਖਿਆ ਕਰੀਏ, ਇਹ ਸ਼ਬਦ ਜੇ ਕੇਵਲ ਭਾਣੇ ਦਾ ਸ਼ਬਦ ਹੀ ਇਹ ਜੀਵ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਜਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਿੱਖ ਲਵੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਸਕਦਾ ਹੈ, ਭਾਣੇ ਸ਼ਬਦ ਦੀ ਵਿਆਖਿਆ ਦੇ ਨਾਲ ਹੀ। ਔਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੇ ਕਮਾਲ ਦੇ ਬਚਨ ਆਖੇ। ਕਹਿੰਦੇ ਦੁਨੀਆ ਦੇ ਅੰਦਰ ਵੱਡੇ ਵੱਡੇ ਭਗਤ, ਵੱਡੇ ਵੱਡੇ ਸਤਿਗੁਰੂ ਆਪਣੇ ਆਪ ਨੂੰ ਲੋਕ ਅਖਵਾਉਂਦੇ ਨੇ, ਮੈਂ ਭਗਤ ਹਾਂ,
ਦੁਨੀਆ ਬੜੀ ਅੱਜ ਆਖਦੀ ਹੈ ਮੈਂ ਨਿਤਨੇਮ ਬਾਣੀਆਂ ਦਾ ਪਾਠ ਕਰਦਾ, ਨਿਤਨੇਮ ਦੇ ਨਾਲ ਨੇਮ ਨਾਲ ਮੈਂ ਗੁਰੂ ਘਰ ਜਾਣਾ, ਮੈਂ ਦੁਨੀਆ ਦਾ ਬਹੁਤ ਵੱਡਾ ਭਗਤ ਹਾਂ, ਮੈਨੂੰ ਖਿਮਾ ਕਰਨਾ। ਸਾਡੇ ਮਨ ਦੇ ਅੰਦਰ ਖੁਦ ਹੀ ਆਪਣੇ ਆਪ ਨੂੰ ਪਦਵੀ ਦੇਣ ਦੀ ਇੱਛਾ ਪ੍ਰਾਪਤ ਹੋ ਜਾਂਦੀ ਹੈ ਜੇ ਚੰਦ ਦਿਨ ਆਪਾਂ ਕੋਈ ਧਾਰਮਿਕ ਕਰਮ ਕਰ ਲਈਏ। ਪਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛ ਕੇ ਦੇਖੀਏ, ਪਾਤਸ਼ਾਹ ਜੀਓ ਅਸੀਂ ਆਪਣੇ ਆਪ ਨੂੰ ਭਗਤ ਅਖਵਾ ਰਹੇ ਹਾਂ, ਇੱਥੇ ਹੀ ਬਸ ਨਹੀਂ। ਕਈ ਲੋਕ ਜਿਨ੍ਹਾਂ ਨੂੰ ਮੇਰੇ ਮਾਲਕ ਨੇ ਬੰਦਗੀ ਦੀ ਦਾਤ ਬਖਸ਼ਿਸ਼ ਕੀਤੀ, ਉਹ ਆਪਣੇ ਆਪ ਨੂੰ ਸਤਿਗੁਰੂ ਵੀ ਅਖਵਾਣਾ ਆਰੰਭ ਕਰ ਦਿੰਦੇ ਹਨ। ਮੈਂ ਸਤਿਗੁਰੂ ਹਾਂ, ਆਓ ਮੇਰੇ ਕੋਲ ਬੈਠੋ, ਤੁਹਾਨੂੰ ਮੁਕਤੀ ਪ੍ਰਦਾਨ ਮੈਂ ਕਰ ਦਵਾਂਗਾ। ਵੱਡੇ ਵੱਡੇ ਇਸ ਸੰਸਾਰ ਦੇ ਅੰਦਰ ਆਏ, ਜਿਨ੍ਹਾਂ ਨੂੰ ਥੋੜੀ ਜੀ ਚੀਜ਼ ਪ੍ਰਾਪਤ ਹੋਈ ਮਾਲਕ ਦੇ ਘਰ ਦੀ, ਉਹ ਸਤਿਗੁਰੂ ਬਣ ਬੈਠੇ। ਚੰਦ ਦਿਨ ਗੁਰੂ ਘਰ ਗਏ ਤੇ ਭਗਤ ਬਣ ਬੈਠੇ, ਤੇ ਬੰਦਗੀ ਪ੍ਰਾਪਤ ਹੋਈ ਤੇ ਸਤਿਗੁਰੂ ਬਣ ਬੈਠੇ। ਪਰ ਜਿਸ ਦਿਨ ਦੁੱਖ ਆਇਆ, ਕੋਈ ਵਿਛੜ ਗਿਆ, ਉਸ ਦਿਨ ਨਾ ਤੇ ਭਗਤ ਰਿਹਾ ਨਾ ਸਤਿਗੁਰੂ ਰਿਹਾ, ਉਹਨੇ ਰੋਣਾ ਆਰੰਭ ਕਰ ਦੇਣਾ ਹੈ। ਉਹਦੇ ਕੋਲੋਂ ਕੁਝ ਗਵਾਚ ਗਿਆ। ਇਹ ਨਾ ਭਗਤ ਦੀ ਪਰਿਭਾਸ਼ਾ ਹੈ ਨਾ ਸਤਿਗੁਰੂ ਦੀ ਪਰਿਭਾਸ਼ਾ ਹੈ। ਅਸਲ ਦੇ ਅੰਦਰ ਭਗਤ ਕੌਣ ਹੈ, ਸਤਿਗੁਰੂ ਕੌਣ ਹੈ? ਭਗਤ ਤੇ ਸਤਿਗੁਰੂ ਦੀ ਪਰਿਭਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੇ ਰਾਮਕਲੀ ਸਦ ਦੇ ਅੰਦਰ ਦਿੱਤੀ ਹੈ। ਆਖਣ ਲੱਗੇ ਭਗਤ ਤੇ ਸਤਿਗੁਰੂ ਉਹ ਹੈ ਜੋ ਪਰਮਾਤਮਾ ਦੀ ਰਜ਼ਾ ਵਿੱਚ ਆ ਜਾਏ, ਭਾਣੇ ਵਿੱਚ ਆ ਜਾਏ। ਜੇ ਉਸ ਨੂੰ ਕੋਈ ਪ੍ਰਾਪਤ ਹੋ ਜਾਏ ਕੋਈ ਵਸਤੂ ਤਾਂ ਸ਼ੁਕਰਾਨਾ ਕਰੇ, ਜੇ ਵਿਛੜ ਜਾਏ ਤਾਂ ਦੁੱਖ ਨਾ ਮਨਾਏ, ਅਰਦਾਸ ਕਰੇ। ਮੈਨੂੰ ਭਾਣਾ ਮੰਨਣ ਦੀ ਜਾਚ ਸਿਖਾਓ ਮੇਰੇ ਮਾਲਕ ਜੀਓ। ਬਚਨ ਕੀਤੇ ਬੜੇ ਕਮਾਲ ਦੇ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ। ਅਸਲ ਦੇ ਅੰਦਰ ਉਹੀ ਭਗਤ ਹੈ, ਉਹੀ ਸਤਿਗੁਰੂ ਹੈ, ਜਿਸ ਨੂੰ ਹਰੀ ਪਰਮਾਤਮਾ ਦਾ ਭਾਣਾ ਪਾ ਜਾਏ, ਚੰਗਾ ਲੱਗੇ। ਤੁਹਾਡੇ ਸਾਰਿਆਂ ਦਾ ਕੋਟੀ ਕੋਟ ਸ਼ੁਕਰਗੁਜ਼ਾਰ ਹੈ, ਸੱਚੇ ਦਿਲ ਤੋਂ ਸ਼ੁਕਰਗੁਜ਼ਾਰ ਹੈ ਕਿ ਸਾਰੇ ਅੱਜ ਇੱਥੇ ਮੌਜੂਦ ਹੋਏ। And I am going to start speaking in English for the benefit of everybody in this room. As you are all aware, I have lost my mother. I don't know where to begin to talk about her or speak about her or share, what she was all about. When you say the word mother, it emotes so many emotions. It's like a waterfall that's gushing and there's no way to stop. My mother was the pivotal of my life. Just like an earth rotates on its axis and has movement, my mother was the same way. Suddenly I feel that my momentum has stopped and I'm in a dead fixation, in a deadlock, and I don't know how to go further. So I felt a sense of betrayal. I felt defeated. I was confused. I was perplexed. I had lots of questions how to deal with this. We all know when our parents get old that one day they're going to go. But trust me, when it happens, it is extremely a difficult proposition how to deal with it. So here I am to share with you how I came through the struggle. My mother, she was a very dynamic personality, as a whole lot of people in this room know her and have got a chance and opportunity to know her. She was fearless. She was like a tigress in her own right. She defied time, she defied age, she did everything that pleased her to do without worrying about what the consequences or anybody thought about her. She was my source of strength, my inspiration. She was always so beautifully, elegantly dressed, and she always said there was no business for anybody to look shabby just because you were going to be staying home. We used to make a joke out of her that, Mom, why you dress first thing in the morning and dress the way you are? And she would say, just because you're going to be home, it doesn't mean you don't have to be well dressed. She do nothing less than a Cartier frame or a Michael Kors. Everything had to be top of the line. She lived her life with zest and spirit. Now that Mom is gone, I reminisce and I rewind and think about all the beautiful moments that I had with my mother. Some of them were very beautiful. They were happy times. They were harmonious. And some of them were a lot of arguments, as all of you know, that we all argue with our parents about a lot of things that we don't accept, or we are in denial, or we don't know better.
I used to rebel against my mom's strict discipline because we were raised 6 children in the family and my mother literally ran a boot camp. Trust me when I say this. If Hitler were to see her, he'd probably be wrenching and she would put Hitler to shame. That's how strict she was. So I kind of did not appreciate that, but as I got older and I understood why she did what she did, why the discipline was enforced in the family, I appreciated her better. I understood whatever I am, what she germinated in me and nudged me into is the person I am here today. In her 60s, she learned how to drive. Nothing could stop her and she could wade through the Calcutta traffic, and besides the point that she would park her car always at the wrong spot and end up her car getting towed and she would end up in the police station like a tigress fighting away. She was fearless. There was nothing that could stop her. She loved challenging a challenge and winning it. She was an inspiration to a lot and, envy to a lot of others, just the way she carried her life through. She learned how to use her Android phone, which was her great possession till the very end. She could Google, she could go on YouTube. She would WhatsApp me and my friends would say, "Your mom is WhatsApping you?" I was like, "Yes." Technology fascinated her. She loved technology and she always constantly wanted to learn. So I did want to share a few things about Mom here. But before I go further, there's something that I do want to say. I want to urge everybody in this room with all humility and humble, that those of you who have your parents, your mother, your father, please spend time with them. When parents get old, they become like your children. They need hand holding, just like you do as a child. Your parents need you when they get old. Now that Mom is gone, I keep thinking about what I could have done. You take people you love for granted. I wish I could have done this. I wish I could have done that. I wish I could rewind time, but guess what? It's too late. There's no rewinding. So please, spend time with your parents. And there's nothing greatest in your life than the blessing of a parent. I am what I am because of the parents of my blessings of my parents. My dad is, with God's grace, going to turn 90 next month. So keep him in your prayers as well. Another thing that I do want to urge all the ladies in this room specifically. I'm very privileged Dr. Hetal is here, who happened to diagnose Mom when she was visiting me in January. She had a urinary infection, which is commonly known as the UTI, which most of the ladies in this room are familiar with. And she went to a whole lot of urologists, and they kept saying it's urinary infection or UTI till she had an ultrasound. And they realized that she had cancer. It was a tumor which was malignant, and it had already spread, and it was kind of very late to do anything about it. We as women, we are always hustling and, the multitasking, between the children and the laundry and the grocery and keeping our husbands happy and keeping it all together. We neglect our health. And Dr. Hetal will agree with me on that most people probably end up going to the doctor when you don't have a choice or you're in pain. We as mothers, we have a responsibility. And I say this today because I have lost my mom. Trust me, when a child loses her mother, it's an earth-shattering experience. When a child loses her mother, she's totally confused and lost. She doesn't know how she's going to go forward. So we as mothers, we have a big responsibility to take care of our health so we can be there for our children. I aped my mother, blindly without realizing, and I take pride in it because, the children learn. We mothers are role models for them. And last but not the least, without taking more time from all of you guys, I, with all humility, thank all of you for the empathy and the compassion that you guys have shown by just being here together to pray for my mother. And I had requested everybody not to wear white because I am not mourning her death. I am not grieving. The pain and hurt cannot be hidden behind the bright colors that I'm wearing. That gap, that pain is never going to go. Because there are times when I want to pick up the phone and call her and she's not there.
So I appreciate and value, guys, what you have and do the best you can. So I thank all of you for being here and helping me pray for my mother, so her soul can be in peace. I was very fortunate that I got to spend 23 or 24 days of her last days on this earth. She called me and she said, "Tu aaja." She just said 2 words to me. I called her. I was scheduled to go on 15th September. And she called me on 9th August and she said she wasn't doing good. One of my sisters texted me and she said, just 2 words, "Tu aaja," which means you come. And once I got there, I got to bathe her because she was in all diapers and not in a very great condition. I got to cook food for her. I got to pray with her. I held her hand till the last day, so I was very, very blessed and fortunate that I got to spend her last beautiful 23 days on earth with her. So I am not going to regret, if she had got chemo or radiation, maybe she would have suffered a lot. So now I'm thankful to God that she was diagnosed in about end of April, May, and she passed away on 2nd of September. So her pain lasted about 3 months. And as we all know, cancer is a horrible disease. She was ready to graduate to an iPad. She said to me, "Next time I'm going to take an iPad now that I know how to use the Android phone." Little did we know, the cancer came stealthily from the back and got her, consumed her totally. ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ ਬੁੰਗੇ, ਜੁਗਾਓ ਜੁਗ ਅਟਲ, ਧਰਮ ਕਾ ਜੈਕਾਰ ਬੁਲਾਓ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਕੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਗੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕਿ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਦੇ ਪਰਮ ਪਵਿੱਤਰ ਚਰਨਾ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਪ੍ਰਾਰਥਨਾ ਕਹਿ ਪਾਤਸ਼ਾਹ ਜੀਓ। ਆਪ ਜੀ ਦੇ ਅਟਲ ਹੁਕਮ ਕੱਲੇ ਆਵੇਂ ਨਾਨਕਾ, ਸਦੇ ਉਠੀ ਜਾਹੀ ਦੇ ਮਹਾਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਰਮਿੰਦਰ ਕੌਰ ਸੋਨੀ ਜੀ ਆਪਣੀ ਸਵਾਸਾਂ ਦੀ ਪੂੰਜੀ ਪੂਰੀਆਂ ਕਰਦਿਆਂ ਹੋਇਆਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ। ਪਾਤਸ਼ਾਹ ਜੀਓ, ਉਹਨਾਂ ਦੇ ਪਰਿਵਾਰ, ਉਹਨਾਂ ਦੀ ਬੱਚੀ ਬੀਬੀ ਜੋਤੀ ਸੋਨੀ, ਨੇਹਾ, ਤਾਨਿਆ, ਸੂਰਜ ਤੇ ਰਾਜ ਸਮੂਹ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਅੰਤਮ ਅਰਦਾਸ ਲਈ ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਆਪ ਜੀ ਦੇ ਚਰਨ ਪਰਸੇ ਹਨ। ਪਾਤਸ਼ਾਹ ਜੀਓ, ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਹਨ। ਕਿਰਪਾਲੂ ਸਤਿਗੁਰੂ ਜੀਓ, ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨੀ। ਪਾਤਸ਼ਾਹ ਜੀਓ, ਵਿਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨਾ। I have to say this to my 3 children here, Neha, Tanya and Suraj. You guys have been my strength and my pillar when I lost mom, and you 3 took care of me.
And I want to acknowledge the three of you and tell you how much I appreciate and love you very much and how proud I am of you. And from today I've decided, please give your children lots of hugs, acknowledge them, praise them, because I know how much I miss that of my mom. So thank you, the three of you, for always being there for me and being my pillar of strength. I love you very much. Love you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ Satnam Vaheguru Satnam Vaheguru Satnam Vaheguru Satnam